ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਘਾ ਸਵਾਗਤ ਕਰਦੀ ਹਾਂ। ਸੋ ਖਬਰਾਂ ਸ਼ੁਰੂਆਤ ਕਰਾਂਗੇ, ਪਰ ਉਸ ਤੋਂ ਪਹਿਲਾਂ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ। ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਰਚਿਆ ਇਤਿਹਾਸ। ਓਵਲ ਟੈਸਟ ਮੈਚ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ, ਸੀਰੀਜ਼ 2-2 ਨਾਲ ਬਰਾਬਰ। ਯੂਕੇ ਦੇ ਵਿੱਚ ਤੂਫਾਨ ਫਲੋਰਿਸ ਆਉਣ ਦੀ ਸੰਭਾਵਨਾ, ਟ੍ਰੇਨਾਂ ਪ੍ਰੋਗਰਾਮ ਰੱਦ, ਮੌਸਮ ਵਿਭਾਗ ਦੇ ਵੱਲੋਂ ਯਾਤਰਾ ਤੋਂ ਬਚਣ ਦੀ ਚੇਤਾਵਨੀ। ਰਾਸ਼ਟਰਪਤੀ ਟਰੰਪ ਦੀ ਧਮਕੀ ਬੇਅਸਰ, ਭਾਰਤ ਤੋਂ ਬਾਅਦ ਚੀਨ ਦਾ ਅਮਰੀਕਾ ਨੂੰ ਸਖਤ ਜਵਾਬ, ਚੀਨ ਨੇ ਅਮਰੀਕਾ ਨੂੰ ਦਿੱਤਾ ਸਪਸ਼ਟ ਸੰਦੇਸ਼। ਵਿਸ਼ੇਸ਼ ਤੀਬਰ ਸੋਧ ਦੇ ਮੁੱਦੇ ਤੇ ਵਿਰੋਧੀ ਧਿਰ ਨੇ ਕੀਤਾ ਹੰਗਾਮਾ, SIR ਨੂੰ ਲੈ ਕੇ ਲੋਕ ਸਭਾ ਵਿੱਚ ਡੈਡਲੌਕ ਜਾਰੀ, ਕਾਰਵਾਈ ਮੰਗਲਵਾਰ ਤੱਕ ਲਈ ਮੁਲਤਵੀ। ਹੁਣ ਖਬਰਾਂ ਵਿਸਥਾਰ ਦੇ ਨਾਲ। ਓਵਲ ਟੈਸਟ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਸੋ ਇੰਗਲੈਂਡ ਦਾ 9ਵਾਂ ਵਿਕਟ ਡਿੱਗਿਆ ਤਾਂ ਉਦੋਂ ਹੀ ਭਾਰਤ ਦੇ ਜਿੱਤਣ ਦੀਆਂ ਉਮੀਦਾਂ ਵੱਧ ਗਈਆਂ ਸਨ। ਸੋ ਭਾਰਤ ਨੇ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆ। ਮੁਹੰਮਦ ਸਿਰਾਜ ਇਸ ਮੈਚ ਦੇ ਹੀਰੋ ਰਹੇ ਨੇ। ਉਹਨਾਂ ਨੇ ਇਸ ਪਾਰੀ ਵਿੱਚ ਕੁੱਲ 5 ਵਿਕਟਾਂ ਲਈਆਂ। ਟੀਮ ਇੰਡੀਆ ਨੇ ਇੰਗਲੈਂਡ ਨੂੰ ਜਿੱਤਣ ਲਈ 374 ਦੌੜਾਂ ਟੀਚਾ ਦਿੱਤਾ ਸੀ, ਪਰ ਇੰਗਲੈਂਡ ਦੀ ਟੀਮ 367 ਦੌੜਾਂ ਬਣਾਉਣ ਤੋਂ ਬਾਅਦ ਢਹਿ-ਢੇਰੀ ਹੋ ਗਈ। ਟੀਮ ਇੰਡੀਆ ਨੇ ਓਵਲ ਦੇ ਇਤਿਹਾਸਿਕ ਮੈਦਾਨ ਤੇ ਆਪਣੀ ਜਿੱਤ ਦੀ ਇੱਕ ਹੋਰ ਯਾਦਗਾਰ ਕਹਾਣੀ ਝੋਲ ਲਈ ਹੈ। ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ ਦੀ ਘਾਤਕ ਗੇਂਦਬਾਜ਼ੀ ਦੇ ਦਮ ਤੇ ਟੀਮ ਇੰਡੀਆ ਨੇ ਇੱਕ ਰੋਮਾਂਚਕ ਮੈਚ ਵਿੱਚ ਇੰਗਲੈਂਡ ਤੋਂ ਜਿੱਤ ਖੋਹ ਲਈ ਅਤੇ ਓਵਲ ਟੈਸਟ 6 ਦੌੜਾਂ ਨਾਲ ਜਿੱਤਿਆ। ਸਿਰਾਜ ਨੇ ਮੈਚ ਵਿੱਚ 9 ਵਿਕਟਾਂ ਲਈਆਂ, ਜਿਸ ਵਿੱਚ ਦੂਸਰੀ ਪਾਰੀ ਵਿੱਚ 5 ਵਿਕਟਾਂ ਸ਼ਾਮਲ ਸਨ ਅਤੇ ਟੀਮ ਇੰਡੀਆ ਦੀ ਜਿੱਤ ਦਾ ਸਟਾਰ ਬਣ ਗਿਆ। ਇਸ ਦੇ ਨਾਲ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ 5 ਟੈਸਟ ਮੈਚਾਂ ਦੀ ਲੜੀ ਵਿੱਚ ਪਿੱਛੇ ਰਹਿਣ ਤੋਂ ਬਾਅਦ 2-2 ਨਾਲ ਡਰਾਅ ਨਾਲ ਇਸ ਦਾ ਅੰਤ ਕੀਤਾ। ਓਵਲ ਵਿਖੇ ਆਖਰੀ ਦਿਨ ਇੰਗਲੈਂਡ ਨੂੰ 35 ਦੌੜਾਂ ਦੀ ਅਤੇ ਭਾਰਤ ਨੂੰ 4 ਵਿਕਟਾਂ ਦੀ ਲੋੜ ਸੀ। ਪੰਜਵੇਂ ਦਿਨ ਦੇ ਪਹਿਲੇ ਓਵਰ ਵਿੱਚ ਹੀ ਕ੍ਰੇਗ ਓਵਰਟਨ ਨੇ 2 ਚੌਕੇ ਲਗਾ ਕੇ ਇੰਗਲੈਂਡ ਦੀ ਇੱਕ ਮਜ਼ਬੂਤ ਸ਼ੁਰੂਆਤ ਕੀਤੀ, ਪਰ ਅਗਲੇ ਓਵਰ ਵਿੱਚ ਸਿਰਾਜ ਨੇ ਜੈਮੀ ਸਮਿਥ ਨੂੰ ਵਾਪਸ ਪਵੇਲੀਅਨ ਭੇਜ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਸੋ ਫਿਰ ਸਿਰਾਜ ਨੇ ਅਗਲੇ ਓਵਰ ਵਿੱਚ ਕ੍ਰੇਗ ਓਵਰਟਨ ਨੂੰ ਪਵੇਲੀਅਨ ਵਾਪਸ ਭੇਜ ਦਿੱਤਾ ਅਤੇ ਟੀਮ ਇੰਡੀਆ ਨੂੰ ਜਿੱਤ ਦੇ ਬਹੁਤ ਨੇੜੇ ਲਿਆਏ। ਇਸ ਤੋਂ ਬਾਅਦ ਪ੍ਰਸਿੱਧ ਕ੍ਰਿਸ਼ਨਾ ਦੀ ਵਾਰੀ ਆਈ, ਜਿਸ ਨੇ ਜੋਸ਼ ਟੰਗ ਨੂੰ ਕਲੀਨ ਬੋਲਡ ਕੀਤਾ ਅਤੇ ਇੰਗਲੈਂਡ ਦੀ 9ਵੀਂ ਵਿਕਟ ਲੈ ਲਈ। ਇਸ ਤੋਂ ਬਾਅਦ ਇੱਕ ਹੱਥ ਨਾਲ ਬੱਲੇਬਾਜ਼ੀ ਕਰਨ ਆਏ ਗੁਸ ਐਟਕਿਸਨ ਅਤੇ ਕ੍ਰਿਸ ਵੋਕਸ ਨੇ ਮਿਲ ਕੇ ਇੰਗਲੈਂਡ ਨੂੰ ਟੀਚੇ ਦੇ ਨੇੜੇ ਪਹੁੰਚਾਇਆ, ਪਰ ਅੰਤ ਵਿੱਚ ਸਿਰਾਜ ਨੇ ਐਟਕਿਸਨ ਨੂੰ ਕਲੀਨ ਬੋਲਡ ਕੀਤਾ ਅਤੇ ਇੰਗਲੈਂਡ ਨੂੰ 367 ਦੌੜਾਂ ਤੇ ਆਊਟ ਕਰ ਦਿੱਤਾ ਅਤੇ ਭਾਰਤੀ ਟੀਮ ਨੂੰ ਯਾਦਗਾਰੀ ਜਿੱਤ ਦਿਵਾਈ। ਸੋ ਇਸ ਦੇ ਨਾਲ ਟੈਸਟ ਸੀਰੀਜ਼ 2-2 ਦੇ ਨਾਲ ਡਰਾਅ ਤੇ ਖਤਮ ਹੋਈ ਹੈ। ਨਾਲ ਹੀ ਸਿਰਾਜ ਨੇ ਲੜੀ ਵਿੱਚ ਸਭ ਤੋਂ ਵੱਧ 23 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਮੈਚ ਦੇ ਚੌਥੇ ਦਿਨ ਇੰਗਲੈਂਡ ਨੇ ਆਪਣੀ ਪਾਰੀ 1 ਵਿਕਟ ਦੇ ਨੁਕਸਾਨ ਤੇ 50 ਦੌੜਾਂ ਤੋਂ ਸ਼ੁਰੂ ਕੀਤੀ। ਉਹਨਾਂ ਦੇ ਕੋਲ ਅਜੇ ਵੀ ਜਿੱਤ ਲਈ 324 ਦੌੜਾਂ ਬਣਾਉਣ ਦੀ ਚੁਣੌਤੀ ਸੀ, ਜਦੋਂ ਕਿ ਟੀਮ ਇੰਡੀਆ ਨੂੰ 8 ਵਿਕਟਾਂ ਦੀ ਲੋੜ ਸੀ, ਕਿਉਂਕਿ ਕ੍ਰਿਸ ਵੋਕਸ ਪਹਿਲੇ ਦਿਨ ਹੀ ਸੱਟ ਕਾਰਨ ਮੈਚ ਤੋਂ ਬਾਹਰ ਹੋ ਗਏ ਸਨ। ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ ਨੇ ਪਹਿਲੇ ਸੈਸ਼ਨ ਵਿੱਚ ਹੀ ਬੇਨ ਡੁਕੈਤ ਅਤੇ ਓਲੀ ਪੋਪ ਨੂੰ ਆਊਟ ਕਰਕੇ ਟੀਮ ਇੰਡੀਆ ਦੀਆਂ ਉਮੀਦਾਂ ਨੂੰ ਜਗਾ ਦਿੱਤਾ ਸੀ। ਸੋ ਇੰਗਲੈਂਡ ਨੇ ਸਿਰਫ 106 ਦੌੜਾਂ ਤੇ 3 ਵਿਕਟਾਂ ਗਵਾ ਦਿੱਤੀਆਂ ਸਨ ਅਤੇ ਇੱਥੇ ਜੋ ਰੂਟ ਨੂੰ ਹੈਰੀ ਬਰੂਕ ਦਾ ਸਾਥ ਮਿਲਿਆ। ਦੋਵਾਂ ਨੇ ਅਗਲੇ 3 ਘੰਟਿਆਂ ਤੱਕ ਟੀਮ ਇੰਡੀਆ ਤੇ ਜ਼ੋਰਦਾਰ ਹਮਲਾ ਕੀਤਾ ਅਤੇ 195 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਇੰਗਲੈਂਡ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਹਾਲਾਂਕਿ ਸਥਿਤੀ ਵੱਖਰੀ ਹੋ ਸਕਦੀ ਸੀ ਜੇਕਰ ਮੁਹੰਮਦ ਸਿਰਾਜ ਨੇ 35ਵੇਂ ਓਵਰ ਵਿੱਚ ਗਲਤੀ ਨਾ ਕੀਤੀ ਹੁੰਦੀ। ਸਿਰਾਜ ਨੇ ਪ੍ਰਸਿੱਧ ਕ੍ਰਿਸ਼ਨਾ ਦੀ ਗੇਂਦ ਤੇ ਬਰੂਕ ਦਾ ਕੈਚ ਫੜਿਆ, ਪਰ ਉਹਨਾਂ ਦਾ ਪੈਰ ਬਾਉਂਡਰੀ ਨੂੰ ਛੂ ਗਿਆ। ਉਸ ਸਮੇਂ ਬਰੂਕ 19 ਦੌੜਾਂ ਤੇ ਸਨ, ਜਦੋਂ ਕਿ ਇੰਗਲੈਂਡ ਦਾ ਸਕੋਰ 137 ਦੌੜਾਂ ਸੀ। ਸੋ ਬਰੂਕ ਨੇ ਇਸ ਦਾ ਫਾਇਦਾ ਚੱਕਿਆ ਤੇ ਆਪਣਾ 10ਵਾਂ ਟੈਸਟ ਸੈਕੜਾ ਲਗਾਇਆ। ਇਹ ਇਸ ਸੀਰੀਜ਼ ਵਿੱਚ ਉਹਨਾਂ ਦਾ ਦੂਸਰਾ ਸੈਕੜਾ ਸੀ। ਜਦੋਂ ਇੰਗਲੈਂਡ ਦਾ ਸਕੋਰ 300 ਦੌੜਾਂ ਨੂੰ ਪਾਰ ਕਰ ਗਿਆ ਤਾਂ ਬਰੂਕ ਨੂੰ ਆਕਾਸ਼ਦੀਪ ਨੇ ਆਊਟ ਕੀਤਾ। ਫਿਰ ਥੋੜੇ ਸਮੇਂ ਦੇ ਵਿੱਚ ਜੋ ਰੂਟ ਨੇ ਵੀ ਸੀਰੀਜ਼ ਵਿੱਚ ਆਪਣਾ ਲਗਾਤਾਰ ਤੀਸਰਾ ਸੈਕੜਾ ਅਤੇ ਆਪਣੇ ਕੈਰੀਅਰ ਦਾ 39ਵਾਂ ਸੈਕੜਾ ਲਗਾਇਆ। ਉਹਨਾਂ ਸੈਕੜਾ ਲਗਾਉਣ ਦੇ ਸਮੇਂ ਇੰਗਲੈਂਡ ਆਸਾਨੀ ਨਾਲ ਜਿੱਤ ਵੱਲ ਵਧ ਰਿਹਾ ਸੀ, ਪਰ ਫਿਰ ਸਿਰਾਜ ਅਤੇ ਪ੍ਰਸਿੱਧ ਘਾਤਕ ਰਿਵਰਸ ਸਵਿੰਗ ਅਤੇ ਬਾਉਂਸ ਨਾਲ ਪਰੇਸ਼ਾਨ ਕਰਨ ਲੱਗੇ ਅਤੇ ਇਸ ਦਾ ਅਸਰ ਵਿਖਾਈ ਦਿੱਤਾ ਹੈ। ਪ੍ਰਸਿੱਧ ਨੇ ਲਗਾਤਾਰ 2 ਓਵਰਾਂ ਵਿੱਚ ਜੈਕਬ ਬੈਥਲ ਅਤੇ ਫਿਰ ਰੂਟ ਨੂੰ ਆਊਟ ਕੀਤਾ। ਅਚਾਨਕ ਇੰਗਲੈਂਡ ਦਾ ਸਕੋਰ 332-4 ਤੋਂ 337-6 ਹੋ ਗਿਆ ਅਤੇ ਟੀਮ ਇੰਡੀਆ ਨੂੰ ਜਿੱਤ ਦੀ ਝਲਕ ਮਿਲਣੀ ਸ਼ੁਰੂ ਹੋ ਗਈ। ਹਾਲਾਂਕਿ ਮੀਂਹ ਦੇ ਕਾਰਨ ਮੈਚ ਰੋਕ ਦਿੱਤਾ ਗਿਆ ਅਤੇ ਅੰਪਾਇਰ ਨੇ ਸਟੰਪ ਘੋਸ਼ਿਤ ਕਰ ਦਿੱਤਾ ਅਤੇ ਮੈਚ ਨੂੰ 5ਵੇਂ ਦਿਨ ਵਿੱਚ ਪਹੁੰਚਾ ਦਿੱਤਾ।
यूके ਦੇ ਵਿੱਚ ਲੱਖਾਂ ਲੋਕਾਂ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਤੂਫਾਨ ਫਲੋਰਿਸ ਦੇ ਦੇਸ਼ ਵਿੱਚ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਸਕਾਟਲੈਂਡ, ਉੱਤਰੀ ਆਇਰਲੈਂਡ, ਵੈਲਜ਼ ਅਤੇ ਉੱਤਰੀ ਇੰਗਲੈਂਡ ਦੇ ਵਿੱਚ ਬੇਮੌਸਮੀ ਤੇਜ਼ ਹਵਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ। ਸੋ ਮੌਸਮ ਵਿਭਾਗ ਨੇ ਸਕਾਟਲੈਂਡ ਲਈ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਇਸ ਮਗਰ ਸਕਾਟਲੈਂਡ ਦੇ ਅਧਿਕਾਰੀਆਂ ਨੇ ਰੇਲ ਗੱਡੀਆਂ ਕੈਂਸਲ ਕਰ ਦਿੱਤੀਆਂ ਨੇ, ਪਾਰਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਲੋਕਾਂ ਨੂੰ ਆਪਣਾ ਸਮਾਨ ਸੁਰੱਖਿਅਤ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਇੱਕ ਦੁਰਲਭ ਗਰਮੀਆਂ ਦਾ ਤੂਫਾਨ ਉੱਤਰੀ ਬ੍ਰਿਟੇਨ ਵਿੱਚ ਸੰਭਾਵੀ ਤੌਰ ਤੇ ਵਿਨਾਸ਼ਕਾਰੀ ਸਾਬਿਤ ਹੋ ਸਕਦਾ ਹੈ। ਸਕਾਟਲੈਂਡ ਲਈ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ, ਦਰਅਸਲ ਜਿਸ ਦੇ ਵਿੱਚ ਗੰਭੀਰ ਮੌਸਮੀ ਸਥਿਤੀਆਂ ਕਾਰਨ ਜਾਨ ਲਈ ਖਤਰਾ ਦੀ ਚੇਤਾਵਨੀ ਜਾਰੀ ਕੀਤੀ ਹੈ। ਸੋ ਇਸ ਦੌਰਾਨ ਉੱਤਰੀ ਇੰਗਲੈਂਡ ਸਮੇਤ ਯੂਕੇ ਦੇ ਹੋਰ ਹਿੱਸਿਆਂ ਲਈ ਇੱਕ ਪੀਲੀ ਚੇਤਾਵਨੀ ਜਾਰੀ ਕੀਤੀ ਗਈ। LNER ਅਤੇ ਅਵੰਤੀ ਵੈਸਟ ਕੋਸਟ ਸਮੇਤ ਟ੍ਰੇਨ ਆਪਰੇਟਰਾਂ ਨੇ ਯਾਤਰੀਆਂ ਨੂੰ ਸੰਭਾਵਿਤ ਰੁਕਾਵਟਾਂ ਦੇ ਕਾਰਨ ਕ੍ਰਮਵਾਰ ਨਿਊਕੈਸਲ ਅਤੇ ਪੈਸਟਰਨ ਦੇ ਉੱਤਰ ਦੇ ਵੱਲ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਸੋ LNER ਸਲਾਹ ਦੇ ਰਿਹਾ ਹੈ ਕਿ ਗਾਹਕ ਦਿਨ ਦੇ ਅੰਤ ਤੱਕ ਨਿਊਕੈਸਲ ਦੇ ਉੱਤਰ ਵੱਲ ਯਾਤਰਾ ਨਾ ਕਰਨ। ਨਿਊਕੈਸਲ ਦੇ ਉੱਤਰ ਵਾਲੇ ਸਾਰੇ ਹੀ ਸਟੇਸ਼ਨਾਂ ਤੇ ਸੇਵਾ ਨਹੀਂ ਦਿੱਤੀ ਜਾਏਗੀ। ਸੋ ਸੜਕਾਂ ਦੇ ਬੰਦ ਹੋਣ ਦੀ ਉਮੀਦ ਹੈ। ਸੋ ਵਿਕਲਪਿਕ ਯਾਤਰਾ ਵਿਕਲਪ ਬਹੁਤ ਹੀ ਸੀਮਿਤ ਹੋਣ ਦੀ ਸੰਭਾਵਨਾ ਹੈ। ਮੌਸਮ ਦੀ ਭਵਿੱਖਬਾਣੀ ਵਿੱਚ ਕੁਝ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 35-27 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 14-16 ਡਿਗਰੀ ਸੈਲਸੀਅਸ ਦੇ ਆਸ-ਪਾਸ ਸੂਰਜ ਅਤੇ ਬੱਦਲਾਂ ਦੇ ਮਿਸ਼ਰਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸੋ ਸਕਾਟਲੈਂਡ ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਕਿ ਵਿਘਨ ਪੈਣ ਦਾ ਉੱਚ ਜੋਖਮ ਹੈ ਅਤੇ ਯਾਤਰਾ ਦੀਆਂ ਸਖਤੀਆਂ ਖਤਰਨਾਕ ਹੋ ਸਕਦੀਆਂ ਨੇ। ਸਾਰੇ ਹੀ ਸੜਕ ਉਪਭੋਗਤਾਵਾਂ ਨੂੰ ਵਾਧੂ ਸਾਵਧਾਨੀ ਵਰਤਣੀ ਚਾਹੀਦੀ ਹੈ। ਬੁਲਾਰੇ ਨੇ ਸਲਾਹ ਦਿੱਤੀ ਹੈ ਕਿ ਉਹ ਯੋਜਨਾ ਬਣਾਉਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਅਤੇ ਹਾਲਾਤ ਸੁਧਰਨ ਤੱਕ ਯਾਤਰਾ ਨੂੰ ਮੁਲਤਵੀ ਕਰਨ ਤੇ ਵਿਚਾਰ ਕਰਨ। ਬੁਲਾਰੇ ਨੇ ਕਿਹਾ ਕਿ ਜੇਕਰ ਤੁਸੀਂ ਸੜਕਾਂ ਤੇ ਯਾਤਰਾ ਕਰ ਰਹੇ ਹੋ ਤਾਂ ਆਪਣੇ ਆਪ ਨੂੰ ਅਤੇ ਆਪਣੇ ਵਾਹਨਾਂ ਨੂੰ ਹਾਲਾਤ ਲਈ ਤਿਆਰ ਕਰੋ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਇਲ ਐਡਿਨਬਰਗ ਮਿਲਟਰੀ ਟੈਟੂ ਪ੍ਰਦਰਸ਼ਨ ਜੋ ਕਿ ਸੋਮਵਾਰ ਨੂੰ ਤੈਅ ਕੀਤਾ ਗਿਆ ਸੀ ਨੂੰ ਮੌਸਮ ਦੀਆਂ ਚੇਤਾਵਨੀਆਂ ਕਾਰਨ ਰੱਦ ਕਰ ਦਿੱਤਾ ਗਿਆ। ਐਡਿਨਬਰਗ ਟੈਟੂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਇਹ ਨਿਰਾਸ਼ਾਜਨਕ ਹੋਏਗਾ, ਪਰ ਸਾਡੇ ਦਰਸ਼ਕਾਂ, ਪ੍ਰਦਰਸ਼ਨਕਾਰਾਂ ਅਤੇ ਸਟਾਫ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਪ੍ਰਬੰਧਕਾਂ ਨੇ ਇਹ ਵੀ ਕਿਹਾ ਹੈ ਕਿ ਅੱਜ ਸ਼ਾਮ ਦੇ ਪ੍ਰਦਰਸ਼ਨ ਦੀਆਂ ਸਾਰੀਆਂ ਹੀ ਟਿਕਟਾਂ ਆਪਣੇ ਆਪ ਰੱਦ ਕਰ ਦਿੱਤੀ ਜਾਣਗੀਆਂ ਅਤੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸੀ ਅਤੇ ਇਰਾਨੀ ਤੇਲ ਖਰੀਦਣਾ ਬੰਦ ਕਰਨ ਦੀ ਚੇਤਾਵਨੀ ਹੁਣ ਬੇਅਸਰ ਜਾਪਦੀ ਹੈ ਕਿਉਂਕਿ ਭਾਰਤ ਤੋਂ ਬਾਅਦ ਹੁਣ ਚੀਨ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੀਆਂ ਊਰਜਾ ਜ਼ਰੂਰਤਾਂ ਦੇ ਮਾਮਲੇ ਵਿੱਚ ਕਿਸੇ ਵੀ ਬਾਹਰੀ ਦਬਾਅ ਨੂੰ ਸਵੀਕਾਰ ਨਹੀਂ ਕਰੇਗਾ। ਸਟਾਕਹੋਮ ਦੇ ਵਿੱਚ ਵਪਾਰਕ ਗੱਲਬਾਤ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਰਾਸ਼ਟਰੀ ਹਿੱਤ ਸਭ ਤੋਂ ਉੱਪਰ ਨੇ ਅਤੇ ਰੂਸ ਈਰਾਨ ਤੋਂ ਤੇਲ ਦੀ ਦਰਾਮਦ ਜਾਰੀ ਰਹੇਗੀ। ਟਰੰਪ ਦੀ 100% ਟੈਰਿਫ ਲਗਾਉਣ ਦੀ ਧਮਕੀ ਦੇ ਬਾਵਜੂਦ ਚੀਨ ਨੇ ਇੱਕ ਸਪਸ਼ਟ ਜਵਾਬ ਦਿੱਤਾ ਹੈ ਕਿ ਦਬਾਅ ਅਤੇ ਧਮਕੀਆਂ ਕਾਰਨ ਉਸ ਦੀ ਨੀਤੀ ਨਹੀਂ ਬਦਲੇਗੀ। ਅਮਰੀਕੀ ਦਬਾਅ ਦੇ ਬਾਵਜੂਦ ਚੀਨ ਨੇ ਰੂਸ ਅਤੇ ਈਰਾਨ ਤੋਂ ਕੱਚੇ ਤੇਲ ਦੀ ਦਰਾਮਦ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸੋ ਚੀਨੀ ਵਿਦੇਸ਼ ਮੰਤਰਾਲੇ ਨੇ ਹਾਲ ਹੀ ਵਿੱਚ ਐਕਸ ਤੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਚੀਨ ਆਪਣੀ ਊਰਜਾ ਸਪਲਾਈ ਰਾਸ਼ਟਰੀ ਹਿੱਤਾਂ ਦੇ ਆਧਾਰ ਤੇ ਫੈਸਲਾ ਕਰਦਾ ਹੈ। ਦਬਾਅ ਅਤੇ ਧਮਕੀਆਂ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਏਗਾ। ਚੀਨ ਆਪਣੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਹਿੱਤਾਂ ਦੀ ਰੱਖਿਆ ਕਰਨਾ ਜਾਰੀ ਰੱਖੇਗਾ ਅਤੇ ਰੂਸ ਤੋਂ ਤੇਲ ਖਰੀਦਦਾ ਰਹੇਗਾ। ਸੋ ਇਹ ਬਿਆਨ ਸਟਾਕਹੋਮ ਦੇ ਵਿੱਚ 2 ਦਿਨਾਂ ਦੀ ਵਪਾਰਕ ਗੱਲਬਾਤ ਤੋਂ ਬਾਅਦ ਆਇਆ ਹੈ ਜਿੱਥੇ ਅਮਰੀਕਾ ਨੇ ਚੀਨ ਤੇ 100% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਸੋ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਟ ਨੇ ਗੱਲਬਾਤ ਤੋਂ ਬਾਅਦ ਕਿਹਾ ਕਿ ਚੀਨ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ ਤੇ ਆਪਣੀ ਪ੍ਰਭੂਸੱਤਾ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਾ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਹੈ ਕਿ ਜੇਕਰ ਚੀਨ ਆਪਣੀ ਨੀਤੀ ਨਹੀਂ ਬਦਲਦਾ ਹੈ ਤਾਂ 100% ਟੈਰਿਫ ਲਗਾਏ ਜਾ ਸਕਦੇ ਨੇ। ਹਾਲਾਂਕਿ ਉਨ੍ਹਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਚੀਨ ਇੱਕ ਸਖਤ ਵਾਰਤਾਕਾਰ ਹੈ ਪਰ ਅਜੇ ਇੱਕ ਸੌਦੇ ਦੀ ਸੰਭਾਵਨਾ ਹੈ। ਸੋ 2024 ਦੀ ਇੱਕ ਰਿਪੋਰਟ ਅਨੁਸਾਰ ਈਰਾਨ ਦੇ ਕੁੱਲ ਤੇਲ ਨਿਰਯਾਤ ਦਾ 80-90% ਚੀਨ ਨੂੰ ਜਾਂਦਾ ਹੈ। ਚੀਨ ਪ੍ਰਤੀ ਦਿਨ 10 ਲੱਖ ਬੈਰਲ ਤੋਂ ਵੱਧ ਇਰਾਨੀ ਤੇਲ ਆਯਾਤ ਕਰਦਾ ਹੈ ਜੋ ਕਿ ਉਸ ਦੀਆਂ ਊਰਜਾ ਜ਼ਰੂਰਤਾਂ ਲਈ ਬਹੁਤ ਹੀ ਜ਼ਰੂਰੀ ਹੈ। ਜਦੋਂ ਈਰਾਨ ਨੇ ਹਾਲ ਹੀ ਵਿੱਚ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਸੀ ਤਾਂ ਚੀਨ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਰੂਸ ਤੋਂ ਆਯਾਤ ਦੀ ਗੱਲ ਕਰੀਏ ਤਾਂ ਚੀਨ ਭਾਰਤ ਤੋਂ ਬਾਅਦ ਰੂਸ ਦਾ ਦੂਸਰਾ ਸਭ ਤੋਂ ਵੱਡਾ ਤੇਲ ਖਰੀਦਦਾਰ ਹੈ। ਅਪ੍ਰੈਲ 2024 ਦੇ ਵਿੱਚ ਚੀਨ ਨੇ ਰੂਸ ਤੋਂ ਪ੍ਰਤੀ ਦਿਨ 1.3 ਮਿਲੀਅਨ ਬੈਰਲ ਤੇਲ ਆਯਾਤ ਕੀਤਾ ਜੋ ਕਿ ਪਿਛਲੇ ਮਹੀਨੇ ਨਾਲੋਂ 20% ਵੱਧ ਸੀ।
ਪਿਛਲੇ ਕੁਝ ਦਿਨਾਂ ਵਾਂਗ ਬਿਹਾਰ ਦੇ ਵਿੱਚ ਜਾਰੀ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਸੋਧ ਦੇ ਮੁੱਦੇ ਤੇ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਵਿੱਚ ਹੰਗਾਮਾ ਕੀਤਾ ਹੈ, ਜਿਸ ਦੇ ਕਾਰਨ ਸੰਸਦ ਦੀ ਕਾਰਵਾਈ ਇੱਕ ਵਾਰ ਫਿਰ ਤੋਂ ਮੁਲਤਵੀ ਕਰਨ ਤੋਂ ਬਾਅਦ ਮੰਗਲਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੇ ਵਿੱਚ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੰਗਲਵਾਰ 5 ਅਗਸਤ 2025 ਤੱਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ SIR ਦੇ ਮੁੱਦੇ ਤੇ ਲਗਾਤਾਰ ਹਮਲਾਵਰ ਸੀ। ਅੱਜ ਸਦਨ ਦੇ ਵਿੱਚ ਰਾਸ਼ਟਰੀ ਖੇਡ ਸ਼ਾਸਨ ਬਿੱਲ 2025 ਅਤੇ ਰਾਸ਼ਟਰੀ ਡੋਪਿੰਗ ਵਿਰੋਧੀ ਸੋਧ ਬਿੱਲ 2025 ਤੇ ਚਰਚਾ ਹੋਣੀ ਸੀ। ਸੰਸਦੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਹੈ ਕਿ ਵਪਾਰ ਸਲਾਹਕਾਰ ਕਮੇਟੀ ਵਿੱਚ ਇਨ੍ਹਾਂ ਬਿੱਲਾਂ ਤੇ ਸਹਿਮਤੀ ਬਣ ਗਈ ਹੈ ਅਤੇ 2 ਦਿਨ ਚਰਚਾ ਦਾ ਸਮਾਂ ਦਿੱਤਾ ਗਿਆ ਹੈ। सर, जो मैं आज संसदीय कार्य में जो हालत देख रहा हूँ, मैं मन से बहुत दुखी हूँ। सब पार्टी ने मिलकर के ये तय किया था कि आज बहुत ही महत्वपूर्ण नेशनल स्पोर्ट्स गवर्नेंस बिल और नेशनल एंटी डोपिंग अमेंडमेंट बिल चर्चा करके पारित करने के लिए समय तय किया, और हमने भी अपोजिशन के मांग पर ये 2 महत्वपूर्ण बिल को 2 दिन चर्चा करने के लिए सबने माना था। इसके बावजूद आज पूरा देश में खेल और खिलाड़ियों के लिए इतना महत्वपूर्ण बिल लेकर के जब सरकार यहाँ आए हैं, तो भी ये विपक्ष के सारे मेंबर्स इस तरह से हंगामा करके बिल पर चर्चा होने से रोक लगा रहे, ये ठीक नहीं है। आपका ये हरकत हमारा देश का युवाओं का खिलाफ हम लोग ये माना जाएगा। ऐसा आप लोगों ने पहले कहा था स्पोर्ट्स बिल इम्पोर्टेंट है, स्पोर्ट्स पे चर्चा करने के लिए सबने एग्री किया था, फिर ये आप लोग हंगामा क्यों कर रहे हैं? मैं सर फिर से अपील करना चाहता हूँ, जो ऑल पार्टी मीटिंग किए बिजनेस एडवाइजरी कमेटी में टाइम अलॉट किया गया है, उसको फिर यहाँ सदन में आकर के इस तरह से हंगामा करके बर्बाद ना करें। और स्पोर्ट्स मिनिस्टर बिल पर चर्चा के लिए रेडी है, और आप लोग का तरफ से ही पहले बोलना है, मुख्य अपोजिशन पार्टी कांग्रेस पार्टी से ही पहले बोलना है। आप लोग अपना बात तो नहीं करते हैं, और बाकी सदन का और बाकी मेंबर का टाइम भी आप लोग खराब कर रहा है। मैं इसका खंडन करना चाहता हूँ सर। ਤੁਹਾਨੂੰ ਦੱਸ ਦਈਏ ਕਿ ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਇਆ ਸੀ। ਮੌਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਵਿਰੋਧੀ ਧਿਰ ਸੰਸਦ ਦੇ ਦੋਵਾਂ ਸਦਨਾਂ ਵਿੱਚ SIR ਨੂੰ ਲੈ ਕੇ ਲਗਾਤਾਰ ਹੰਗਾਮਾ ਕਰ ਰਹੀ ਹੈ, ਜਿਸ ਕਾਰਨ ਦੋਵਾਂ ਹੀ ਸਦਨਾਂ ਦੀ ਕਾਰਵਾਈ ਵਿੱਚ ਵਿਘਨ ਪਿਆ। ਹਾਲਾਂਕਿ ਪਿਛਲੇ ਹਫ਼ਤੇ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪਰੇਸ਼ਨ ਸਿੰਦੂਰ ਬਾਰੇ ਦੋਵਾਂ ਸਦਨਾਂ ਵਿੱਚ ਚਰਚਾ ਹੋਈ ਸੀ। ਇਜ਼ਰਾਈਲ ਦੇ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹਮਾਸ ਵਿਰੁੱਧ ਜੰਗ ਦੀ ਨੀਤੀ ਦਾ ਵਿਰੋਧ ਹੁਣ ਦੇਸ਼ ਦੇ ਅੰਦਰੋਂ ਵੀ ਵੱਧ ਰਿਹਾ ਹੈ। ਇਜ਼ਰਾਈਲੀ ਖੁਫੀਆ ਏਜੰਸੀਆਂ ਦੇ ਸਾਬਕਾ ਮੁਖੀਆ ਸਮੇਤ 600 ਤੋਂ ਵੱਧ ਸੇਵਾ ਮੁਕਤ ਸੁਰੱਖਿਆ ਅਧਿਕਾਰੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਗਾਜ਼ਾ ਵਿੱਚ ਜੰਗ ਖਤਮ ਕਰਨ ਦੇ ਲਈ ਨੇਤਨਯਾਹੂ ਸਰਕਾਰ ਤੇ ਦਬਾਅ ਪਾਉਣ ਦੀ ਅਪੀਲ ਕੀਤੀ ਹੈ। ਇਜ਼ਰਾਈਲੀ ਖੁਫੀਆ ਏਜੰਸੀ ਦੇ ਸਾਬਕਾ ਮੁਖੀਆ ਸਮੇਤ 600 ਤੋਂ ਵੱਧ ਸੇਵਾ ਮੁਕਤ ਇਜ਼ਰਾਈਲੀ ਸੁਰੱਖਿਆ ਅਧਿਕਾਰੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਪੱਤਰ ਲਿਖਿਆ। ਪੱਤਰ ਦੇ ਵਿੱਚ ਉਹਨਾਂ ਨੇ ਟਰੰਪ ਨੂੰ ਗਾਜ਼ਾ ਵਿੱਚ ਜੰਗ ਖਤਮ ਕਰਨ ਲਈ ਇਜ਼ਰਾਈਲ ਦੀ ਨੇਤਨਯਾਹੂ ਸਰਕਾਰ ਤੇ ਦਬਾਅ ਪਾਉਣ ਦੀ ਅਪੀਲ ਕੀਤੀ ਹੈ। ਸੋ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਇਹ ਸਾਡਾ ਪੇਸ਼ੇਵਰ ਫੈਸਲਾ ਹੈ ਕਿ ਹਮਾਸ ਹੁਣ ਇਜ਼ਰਾਈਲ ਲਈ ਰਣਨੀਤਿਕ ਖਤਰਾ ਨਹੀਂ ਹੈ। ਸਾਬਕਾ ਅਧਿਕਾਰੀਆਂ ਨੇ ਸੋਮਵਾਰ ਨੂੰ ਮੀਡੀਆ ਨਾਲ ਸਾਂਝੇ ਕੀਤੇ ਇੱਕ ਖੁੱਲ੍ਹੇ ਪੱਤਰ ਵਿੱਚ ਲਿਖਿਆ, ਜਿਸ ਵਿੱਚ ਟਰੰਪ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਫੈਸਲਿਆਂ ਨੂੰ ਕੰਟਰੋਲ ਕਰਨ ਦੀ ਅਪੀਲ ਕੀਤੀ ਗਈ। ਸੋ ਸਾਬਕਾ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦਾ ਪੇਸ਼ੇਵਰ ਫੈਸਲਾ ਹੈ ਕਿ ਹਮਾਸ ਹੁਣ ਇਜ਼ਰਾਈਲ ਲਈ ਕੋਈ ਰਣਨੀਤਿਕ ਖਤਰਾ ਨਹੀਂ ਰਿਹਾ। ਉਹਨਾਂ ਨੇ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਨੇਤਨਯਾਹੂ ਦੇ ਫੈਸਲਿਆਂ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਕਰਨ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਜੰਗ ਹੋਰ ਅੱਗੇ ਨਹੀਂ ਵਧਾਈ ਜਾਣੀ ਚਾਹੀਦੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਗਾਜ਼ਾ ਦੀ ਸਥਿਤੀ ਤੇ ਟਿੱਪਣੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਇਜ਼ਰਾਈਲ ਗਾਜ਼ਾ ਦੇ ਭੁੱਖੇ ਲੋਕਾਂ ਨੂੰ ਭੋਜਨ ਦੇਵੇ। ਸੋ ਪੈਨਸਿਲਵੇਨੀਆ ਵਿੱਚ 에ਅਰ ਫੋਰਸ 1 ਵਿੱਚ ਸਵਾਰ ਹੋਣ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਸੀ ਕਿ ਗਾਜ਼ਾ ਵਾਸੀਆਂ ਨੂੰ ਭੋਜਨ ਦਿੱਤਾ ਜਾਏ ਅਤੇ ਉਹ ਅਸਲ ਦੇ ਵਿੱਚ ਇਹ ਕਰ ਰਹੇ ਨੇ। ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਭੋਜਨ ਦਿੱਤਾ ਜਾਵੇ ਅਤੇ ਅਸੀਂ ਇਕਲੌਤਾ ਦੇਸ਼ ਹਾਂ ਜੋ ਅਸਲ ਦੇ ਵਿੱਚ ਇਹ ਕਹਿ ਰਿਹਾ ਹੈ। ਅਸੀਂ ਲੋਕਾਂ ਨੂੰ ਭੋਜਨ ਦੇਣ ਵਿੱਚ ਪੈਸਾ ਲਗਾ ਰਹੇ ਹਾਂ। ਸੋ ਨਾ ਜ਼ੋਰ ਦੇ ਕੇ ਗਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਜ਼ਰਾਈਲ ਉਹਨਾਂ ਨੂੰ ਭੋਜਨ ਦੇਵੇ। ਸੋ ਟਰੰਪ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਭੁੱਖੇ ਰਹਿਣ ਅਤੇ ਕੁਝ ਬੁਰੀਆਂ ਚੀਜ਼ਾਂ ਹੋ ਰਹੀਆਂ ਨੇ। ਦ ਟਾਈਮਸ ਆਫ ਇਜ਼ਰਾਈਲ ਦੀ ਰਿਪੋਰਟ ਅਨੁਸਾਰ ਟਰੰਪ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਹੈ ਕਿ ਗਾਜ਼ਾ ਵਿੱਚ ਜੰਗ ਨਸਲਕੁਸ਼ੀ ਸੀ। ਉਹਨਾਂ ਕਿਹਾ ਕਿ 7 ਅਕਤੂਬਰ 2023 ਨੂੰ ਹਮਾਸ ਦੀ ਅਗਵਾਈ ਵਾਲੇ ਹਮਲੇ ਦੌਰਾਨ ਕੁਝ ਭਿਆਨਕ ਚੀਜ਼ਾਂ ਵਾਪਰੀਆਂ,
ਜਿਸ ਨੇ ਯੁੱਧ ਸ਼ੁਰੂ ਕੀਤਾ ਸੀ। ਪੱਤਰਕਾਰਾਂ ਨੇ ਟਰੰਪ ਤੋਂ ਪੁੱਛਿਆ ਕਿ ਕੀ ਉਹ ਇਜ਼ਰਾਈਲ ਦੇ ਜਵਾਬ ਨੂੰ ਨਸਲਕੁਸ਼ੀ ਮੰਨਦੇ ਨੇ। ਇਸ ਰਿਪੋਰਟ ਦੇ ਅਨੁਸਾਰ ਉਹਨਾਂ ਜਵਾਬ ਦਿੱਤਾ ਹੈ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਇਹ ਹੈ, ਉਹ ਜੰਗ ਵਿੱਚ ਨੇ। ਸੋ ਇਹ ਘਟਨਾਕ੍ਰਮ ਦਰਸਾਉਂਦਾ ਹੈ ਕਿ ਇਜ਼ਰਾਈਲ ਦੇ ਅੰਦਰ ਵੀ ਨੇਤਨਯਾਹੂ ਦੀ ਯੁੱਧ ਨੀਤੀ ਪ੍ਰਤੀ ਵਿਰੋਧ ਵਧ ਰਿਹਾ ਹੈ, ਜੋ ਦੇਸ਼ ਦੀ ਰਾਜਨੀਤੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੰਗ ਦੇ ਰੁਖ ਨੂੰ ਪ੍ਰਭਾਵਿਤ ਕਰ ਸਕਦਾ ਹੈ। ਐਪਲ ਦੇ CEO ਟਿਮ ਕੁਕ ਨੇ ਭਾਰਤ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ, ਜਿਸ ਨੂੰ ਕਿ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਲੀਆ ਦੋਸ਼ਾਂ ਦੇ ਜਵਾਬ ਵਜੋਂ ਵੇਖਿਆ ਜਾ ਰਿਹਾ ਹੈ। ਜੀ ਹਾਂ, ਕੁਕ ਨੇ ਕਿਹਾ ਹੈ ਕਿ ਪਿਛਲੀ ਤਿਮਾਹੀ ਵਿੱਚ ਅਮਰੀਕਾ ਵਿੱਚ ਵੇਚੇ ਗਏ ਜ਼ਿਆਦਾਤਰ ਆਈਫੋਨ ਭਾਰਤ ਵਿੱਚ ਬਣਾਏ ਗਏ ਸਨ। ਇਹ ਬਿਆਨ ਟਰੰਪ ਦੁਆਰਾ ਭਾਰਤ ਵਿੱਚ ਐਪਲ ਦੀ ਨਿਰਮਾਣ ਨੀਤੀ ਦੀ ਆਲੋਚਨਾ ਦੇ ਬਾਵਜੂਦ ਆਇਆ। ਟਿਮ ਕੁਕ ਨੇ ਵਿਸ਼ਲੇਸ਼ਕਾਂ ਨੂੰ ਕਿਹਾ ਕਿ ਪਿਛਲੀ ਤਿਮਾਹੀ ਵਾਂਗ ਇਸ ਵਾਰ ਵੀ ਅਮਰੀਕਾ ਵਿੱਚ ਵੇਚੇ ਗਏ ਜ਼ਿਆਦਾਤਰ ਆਈਫੋਨ ਭਾਰਤ ਵਿੱਚ ਬਣਾਏ ਗਏ ਸਨ। ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਐਪਲ ਨੇ ਆਪਣੀ ਨਿਰਮਾਤਾ ਰਣਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ। ਭਾਰਤ ਹੁਣ ਅਮਰੀਕੀ ਬਾਜ਼ਾਰ ਲਈ ਆਈਫੋਨ ਨਿਰਮਾਣ ਦਾ ਮੁੱਖ ਕੇਂਦਰ ਬਣ ਗਿਆ ਹੈ, ਜਦੋਂ ਕਿ ਚੀਨ ਗੈਰ ਅਮਰੀਕੀ ਬਾਜ਼ਾਰਾਂ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਸੋ ਐਪਲ ਹੁਣ ਅਮਰੀਕੀ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਵੀਅਤਨਾਮ ਦੇ ਵਿੱਚ ਮੈਕਬੁੱਕ, ਆਈਪੈਡ ਅਤੇ ਐਪਲ ਘੜੀਆਂ ਵਰਗੇ ਉਤਪਾਦਾਂ ਦਾ ਨਿਰਮਾਣ ਕਰ ਰਿਹਾ ਹੈ। ਸੋ ਇਹ ਬਦਲਾਅ ਐਪਲ ਦੀ ਚਾਈਨਾ +1 ਰਣਨੀਤੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਚੀਨ ਤੇ ਨਿਰਭਰਤਾ ਘਟਾਉਣਾ ਹੈ। ਸੋ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਮਈ ਦੇ ਵਿੱਚ ਟਿਮ ਕੁਕ ਨਾਲ ਮੁਲਾਕਾਤ ਦੌਰਾਨ ਭਾਰਤ ਵਿੱਚ ਐਪਲ ਦੇ ਨਿਰਮਾਣ ਤੇ ਅਸਹਿਮਤੀ ਪ੍ਰਗਟ ਕੀਤੀ ਸੀ। ਹਾਲ ਹੀ ਵਿੱਚ ਉਹਨਾਂ ਨੇ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਸਮਾਰਟਫੋਨ ਅਤੇ ਹੋਰ ਇਲੈਕਟ੍ਰੋਨਿਕਸ ਉਪਕਰਨਾਂ ਨੂੰ ਇਸ ਸਮੇਂ ਇਸ ਤੋਂ ਛੋਟ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਭਵਿੱਖ ਦੇ ਵਿੱਚ ਇਹਨਾਂ ਉਤਪਾਦਾਂ ਤੇ ਵੀ ਟੈਰਿਫ ਲਗਾਏ ਜਾ ਸਕਦੇ ਨੇ। ਸੋ ਟਿਮ ਕੁਕ ਨੇ ਕਿਹਾ ਹੈ ਕਿ ਭਾਰਤ ਨਾ ਸਿਰਫ ਐਪਲ ਲਈ ਇੱਕ ਨਿਰਮਾਣ ਕੇਂਦਰ ਬਣ ਗਿਆ ਹੈ, ਸਗੋਂ ਇੱਕ ਵੱਡਾ ਉੱਭਰਦਾ ਬਾਜ਼ਾਰ ਵੀ ਬਣ ਗਿਆ ਹੈ। ਉਹਨਾਂ ਕਿਹਾ ਹੈ ਕਿ ਭਾਰਤ, ਮੱਧ ਪੂਰਬ, ਦੱਖਣੀ ਏਸ਼ੀਆ ਅਤੇ ਬ੍ਰਾਜ਼ੀਲ ਵਰਗੇ ਬਾਜ਼ਾਰਾਂ ਵਿੱਚ ਆਈਫੋਨ ਦੀ ਵਿਕਰੀ ਵਿੱਚ ਦੋਹਰੇ ਅੰਕਾਂ ਦੀ ਵਾਧਾ ਦਰ ਵੇਖੀ ਗਈ ਹੈ। ਜੂਨ ਤਿਮਾਹੀ ਦੇ ਵਿੱਚ ਕੰਪਨੀ ਨੇ ਭਾਰਤ ਸਮੇਤ 24 ਤੋਂ ਵੱਧ ਦੇਸ਼ਾਂ ਵਿੱਚ ਰਿਕਾਰਡ ਮਾਲੀਆ ਦਰਜ ਕੀਤਾ ਹੈ। ਸੋ ਟਿਮ ਕੁਕ ਨੇ ਕਿਹਾ ਹੈ ਕਿ ਜੂਨ ਤਿਮਾਹੀ ਵਿੱਚ ਟੈਰਿਫ ਨਾਲ ਸੰਬੰਧਿਤ ਖਰਚੇ ਲਗਭਗ $800 ਮਿਲੀਅਨ ਤੱਕ ਪਹੁੰਚ ਗਏ। ਜੇਕਰ ਗਲੋਬਲ ਟੈਰਿਫ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਹੈ ਤਾਂ ਇਹ ਪ੍ਰਭਾਵ ਸਤੰਬਰ ਤਿਮਾਹੀ ਵਿੱਚ $1.1 ਬਿਲੀਅਨ ਹੋ ਸਕਦਾ ਹੈ। ਮੈਕਸੀਕੋ ਦੇ ਪੂਰਬੀ ਰਾਜ ਵਿਰਾਗ ਰੂਸ ਦੇ ਟਕਸਪਨ ਸ਼ਹਿਰ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਦੰਗੇ ਹੋਏ ਨੇ। ਇਹਨਾਂ ਦੰਗਿਆਂ ਵਿੱਚ ਘੱਟੋ-ਘੱਟ 7 ਕੈਦੀ ਮਾਰੇ ਗਏ ਨੇ ਅਤੇ 11 ਹੋਰ ਜ਼ਖਮੀ ਵੀ ਹੋਏ ਨੇ। ਸੋ ਰਾਜ ਦੀ ਜਨਤਕ ਸੁਰੱਖਿਆ ਸਕੱਤਰੇਤ ਨੇ ਜਾਣਕਾਰੀ ਸਾਂਝੀ ਕੀਤੀ ਹੈ। ਮੈਕਸੀਕੋ ਦੇ ਪੂਰਬੀ ਰਾਜ ਵਿਰਾਗ ਰੂਸ ਦੇ ਟਕਸਪਨ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਹੋਏ ਦੰਗੇ ਵਿੱਚ ਘੱਟੋ-ਘੱਟ 7 ਕੈਦੀਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋਏ ਨੇ। ਸਕੱਤਰੇਤ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਦੰਗੇ ਤੋਂ ਬਾਅਦ ਸਵੇਰੇ ਨੈਸ਼ਨਲ ਗਾਰਡ ਦੇ ਜਵਾਨਾਂ ਨੇ ਰਾਸ਼ਟਰੀ ਰੱਖਿਆ ਅਤੇ ਰਾਜ ਜਨਤਕ ਸੁਰੱਖਿਆ ਸਕੱਤਰੇਤ ਦੇ ਕਰਮਚਾਰੀ ਦੇ ਨਾਲ ਜੇਲ੍ਹ ਦਾ ਕੰਟਰੋਲ ਵਾਪਸ ਲੈ ਲਿਆ ਹੈ। ਸੋ ਪੋਸਟ ਵਿੱਚ ਕਿਹਾ ਗਿਆ ਹੈ ਕਿ ਦੰਗੇ ਦੇ ਨਤੀਜੇ ਵਜੋਂ 7 ਕੈਦੀਆਂ ਦੀ ਬਦਕਿਸਮਤੀ ਨਾਲ ਮੌਤ ਦੀ ਰਿਪੋਰਟ ਕੀਤੀ ਗਈ ਹੈ। ਨਾਲ ਹੀ 11 ਲੋਕ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਸਕੱਤਰੇਤ ਨੇ ਕਿਹਾ ਹੈ ਕਿ ਜੇਲ੍ਹ ਵਿੱਚ ਦੰਗੇ ਨੂੰ ਕਾਬੂ ਵਿੱਚ ਲਿਆ ਗਿਆ ਹੈ ਅਤੇ ਕਈ ਕੈਦੀਆਂ ਨੂੰ ਪਾਨੂਕੋ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਸੋ ਵਿਰਾਗ ਰੂਸ ਰਾਜ ਸਰਕਾਰ ਨੇ ਹੋਰ ਸਰਕਾਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਜੇਲ੍ਹਾਂ ਵਿੱਚ ਚੰਗੇ ਸ਼ਾਸਨ ਅਤੇ ਸੁਰੱਖਿਆ ਸਥਿਤੀਆਂ ਵਿੱਚ ਸੁਧਾਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਸੋ ਨਵੀਨਤਮ ਅਧਿਕਾਰੀ ਅੰਕੜੇ ਦੇ ਅਨੁਸਾਰ ਜੂਨ ਦੇ ਵਿੱਚ ਟੈਕਸਪੇਨ ਜੇਲ੍ਹ ਦੇ ਵਿੱਚ 778 ਕੈਦੀ ਸੀ। ਇਹ 735 ਕੈਦੀਆਂ ਲਈ ਬਣਾਇਆ ਗਿਆ ਹੈ। ਫਾਈਨਲ ਦੇ ਵਿੱਚ ਪਾਕਿਸਤਾਨ ਚੈਂਪੀਅਨਸ ਦੀ ਹਾਰ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਇੱਕ ਵੱਡਾ ਫੈਸਲਾ ਲਿਆ ਹੈ। PCB ਨੇ ਹੁਣ ਨੇੜਲੇ ਭਵਿੱਖ ਵਿੱਚ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੈਂਡਸ ਟੂਰਨਾਮੈਂਟ ਵਿੱਚ ਪਾਕਿਸਤਾਨੀ ਟੀਮ ਦੀ ਭਾਗੀਦਾਰੀ ਤੇ ਪਾਬੰਦੀ ਲਗਾ ਦਿੱਤੀ ਹੈ। ਦੱਖਣੀ ਅਫਰੀਕਾ ਚੈਂਪੀਅਨਸ ਨੇ ਪਾਕਿਸਤਾਨ ਚੈਂਪੀਅਨਸ ਨੂੰ ਹਰਾ ਕੇ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਸ 2025 ਟੂਰਨਾਮੈਂਟ ਜਿੱਤਿਆ। ਦੱਖਣੀ ਅਫਰੀਕਾ ਦੀ ਟੀਮ ਨੇ 2 ਅਗਸਤ ਐਤਵਾਰ ਨੂੰ ਬਰਮਿੰਘਮ ਦੇ ਐਜਬੈਸਟਨ ਮੈਦਾਨ ਤੇ ਖੇਡੀ ਗਈ ਫਾਈਨਲ ਵਿੱਚ 9 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਦੱਖਣੀ ਅਫਰੀਕਾ ਚੈਂਪੀਅਨਸ਼ਿਪ ਨੂੰ ਜਿੱਤਣ ਦੇ ਲਈ 196 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਉਹਨਾਂ ਨੇ ਸਿਰਫ 16.5 ਓਵਰਾਂ ਵਿੱਚ ਹਾਸਲ ਕਰ ਲਿਆ। ਸੋ ਤਜਰਬੇਕਾਰ ਬੱਲੇਬਾਜ਼ ਏਬੀ ਦੱਖਣੀ ਅਫਰੀਕਾ ਚੈਂਪੀਅਨਸ ਦੀ ਖਿਤਾਬ ਜਿੱਤ ਦੇ ਹੀਰੋ ਸਨ। ਏਬੀ ਨੇ 60 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਅਜੇਤੂ 120 ਦੌੜਾਂ ਬਣਾਈਆਂ,
ਜਿਸ ਵਿੱਚ 12 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਸੋ ਏਬੀ ਨੂੰ ਪਲੇਅਰ ਆਫ ਦਾ ਮੈਚ ਅਤੇ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ। ਸੋ ਫਾਈਨਲ ਵਿੱਚ ਪਾਕਿਸਤਾਨ ਚੈਂਪੀਅਨਸ ਦੀ ਹਾਰ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਇੱਕ ਵੱਡਾ ਫੈਸਲਾ ਲਿਆ। PCB ਨੇ ਹੁਣ ਨੇੜਲੇ ਭਵਿੱਖ ਵਿੱਚ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੈਂਡਸ ਟੂਰਨਾਮੈਂਟ ਵਿੱਚ ਪਾਕਿਸਤਾਨ ਟੀਮ ਦੀ ਭਾਗੀਦਾਰੀ ਤੇ ਪਾਬੰਦੀ ਲਗਾ ਦਿੱਤੀ ਹੈ। ਬੋਰਡ ਦਾ ਕਹਿਣਾ ਹੈ ਕਿ ਟੂਰਨਾਮੈਂਟ ਪ੍ਰਬੰਧਕਾਂ ਦਾ ਰਵੱਈਆ ਪੱਖਪਾਤੀ ਤੇ ਦੋਹਰਾ ਮਾਪਦੰਡ ਸੀ, ਖਾਸ ਕਰਕੇ ਜਿਸ ਤਰ੍ਹਾਂ ਇੰਡੀਅਨ ਚੈਂਪੀਅਨਸ ਦੇ ਸੈਮੀਫਾਈਨਲ ਤੋਂ ਹਟਣ ਤੋਂ ਬਾਅਦ WCL ਨੇ ਪ੍ਰਤੀਕਿਰਿਆ ਦਿੱਤੀ। ਸੋ ਬੋਰਡ ਦੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ PCB ਨੇ ਮੋਹਸੀਨ ਨਕਵੀ ਦੀ ਪ੍ਰਧਾਨਗੀ ਹੇਠ ਹੋਈ ਆਪਣੀ 79ਵੀਂ ਗਵਰਨਿੰਗ ਬੋਰਡ ਮੀਟਿੰਗ ਵਿੱਚ WCL ਦੇ ਨਿੰਦਣਯੋਗ ਕੰਮਕਾਜ ਦੀ ਸਮੀਖਿਆ ਕੀਤੀ। ਸੋ ਟੂਰਨਾਮੈਂਟ ਤੋਂ ਜਾਣਬੁੱਝ ਕੇ ਪਿੱਛੇ ਹਟਣ ਵਾਲੀਆਂ ਟੀਮਾਂ ਨੂੰ ਅੰਕ ਦਿੱਤੇ ਗਏ, ਜੋ ਕਿ ਖੇਡ ਦੀ ਭਾਵਨਾ ਤੇ ਨਿਰਪੱਖਤਾ ਦੇ ਮੂਲ ਸਿਧਾਂਤਾਂ ਦੇ ਵਿਰੁੱਧ ਸੀ। ਸੋ WCL ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਖੇਡਾਂ ਰਾਹੀਂ ਸ਼ਾਂਤੀ ਵਰਗੀਆਂ ਗੱਲਾਂ ਨੂੰ ਰਾਜਨੀਤਿਕ ਅਤੇ ਵਪਾਰਕ ਹਿੱਤਾਂ ਅਨੁਸਾਰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ WCL ਦੇ ਵਿੱਚ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਇੰਡੀਆ ਲੈਜੈਂਡਸ ਨੇ ਬਰਮਿੰਘਮ ਦੇ ਐਜਬੈਸਟਨ ਮੈਦਾਨ ਵਿੱਚ ਪਾਕਿਸਤਾਨ ਵਿਰੁੱਧ ਲੀਗ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਇੰਡੀਆ ਚੈਂਪੀਅਨਸ ਤੇ ਪਾਕਿਸਤਾਨ ਚੈਂਪੀਅਨਸ ਨੇ ਸੈਮੀਫਾਈਨਲ ਵਿੱਚ ਵੀ ਇੱਕ ਦੂਸਰੇ ਦਾ ਸਾਹਮਣਾ ਕਰਨਾ ਸੀ, ਪਰ ਭਾਰਤੀ ਟੀਮ ਮੈਚ ਤੋਂ ਹਟ ਗਈ। ਇਸ ਕਾਰਨ ਪਾਕਿਸਤਾਨੀ ਟੀਮ ਫਾਈਨਲ ਵਿੱਚ ਪਹੁੰਚ ਗਈ। ਸੋ ਇਸ ਦਿਨ ਪੰਜਾਬ ਨਿਊਜ਼ ਦੀਆਂ ਅਹਿਮ ਖਬਰਾਂ ਇਸ ਦੇ ਨਾਲ ਤੇ ਸੁਣਦਾ ਆ ਗਿਆ। ਧੰਨਵਾਦ।